ਹਸਤ ਖੇਲਤ ਤੇਰੇ ਦਿਉਰੇ ਆਇਆ। ਅਗਲਾ ਪ੍ਰਸੰਗ। ਇੰਗਲੈਂਡ ਦੇ ਲੈਸਟਰ ਸ਼ਹਿਰ ਦੇ ਇੱਕ ਬਹੁਤ ਵੱਡੇ ਗੁਰਦੁਆਰੇ ਵਿੱਚ ਮੇਰਾ ਹਫ਼ਤਾ ਕਥਾ ਵਾਸਤੇ ਬੁੱਕ ਹੋ ਗਿਆ ਸੀ। ਨਿਸ਼ਚਿਤ ਤਰੀਕ 'ਤੇ ਮੈਂ ਉੱਥੇ ਪਹੁੰਚ ਗਿਆ। ਗੁਰਦੁਆਰਾ ਵੱਡਾ ਹੋਣ ਕਰਕੇ ਸ਼ਰਧਾਲੂ ਬਹੁਤ ਹਾਜ਼ਰੀ ਭਰਦੇ ਸਨ। ਸੰਗਤਾਂ ਦੀ ਆਵਾਜਾਈ ਲਗਭਗ ਬਣੀ ਰਹਿੰਦੀ ਸੀ। ਉਹਨਾਂ ਵਾਸਤੇ 2 ਕੀਰਤਨੀ ਜਥੇ, ਇੱਕ ਢਾਡੀ ਜਥਾ, ਇੱਕ ਕਥਾਵਾਚਕ ਸਮੇਂ ਦੀ ਵੰਡ ਅਨੁਸਾਰ ਰੱਖੇ ਹੁੰਦੇ ਹਨ। 3-4 ਗੁਰਦੁਆਰੇ ਦੇ ਗ੍ਰੰਥੀ ਸੇਵਾਦਾਰ ਵੀ ਉੱਥੇ ਹੈਗੇ ਨੇ। 2 ਲਾਂਗਰੀ ਇੱਥੇ ਹੀ ਰਹਿੰਦੇ ਨੇ। ਇਸ ਤਰ੍ਹਾਂ ਕੁੱਲ ਮਿਲਾ ਕੇ 15-18 ਤੱਕ ਗੁਰੂ ਘਰ ਦੇ ਸੇਵਾਦਾਰ ਰਾਤ ਨੂੰ ਗੁਰਦੁਆਰੇ ਵਿੱਚ ਹੀ ਵਿਸ਼ਰਾਮ ਕਰਦੇ ਨੇ। ਕਮਰੇ ਤਾਂ ਰਿਹਾਇਸ਼ ਲਈ ਸਾਰਿਆਂ ਨੂੰ ਅੱਡੋ ਅੱਡ ਮਿਲੇ ਹੋਏ ਨੇ। ਜੇਕਰ ਆਪਸ ਵਿੱਚ ਸਾਂਝ ਬਣਦੀ ਹੋਵੇ ਤਾਂ ਟੋਲੀਆਂ ਬਣ ਕੇ ਇਕੱਠੇ ਵੀ ਰਾਤ ਨੂੰ ਸੌਂ ਸਕਦੇ ਨੇ। ਇਹ ਸਾਰੇ ਧਰਮ ਪ੍ਰਚਾਰਕ ਧਰਮ ਖੇਤਰ ਵਿੱਚ ਖੁਸ਼ੀ ਨਾਲ ਤਾਂ ਆਏ ਨਹੀਂ ਹੁੰਦੇ, ਮਜਬੂਰੀਆਂ ਇੱਧਰ ਲੈ ਆਉਂਦੀਆਂ ਹਨ। ਮੈਂ ਖੁਦ ਜਦੋਂ ਇੱਧਰ ਆਇਆ ਸੀ ਤਾਂ ਆਰਥਿਕ ਤੰਗੀ ਕਾਰਨ ਹੀ ਆਇਆ ਸੀ। ਹਾਲਾਂਕਿ ਮੈਂ ਸਰਕਾਰੀ ਨੌਕਰੀ ਕਰ ਰਿਹਾ ਸਾਂ, ਫਿਰ ਵੀ ਖੰਡੇ ਕੀ ਪਹੁਲ ਲੈਣੀ ਜ਼ਰੂਰੀ ਸਮਝੀ। ਮੇਰਾ ਮੰਨਣਾ ਸੀ ਕਿ ਮੈਂ ਇਸ ਕਾਰਨ ਫਜ਼ੂਲ ਖਰਚੀਆਂ ਤੋਂ ਬਚ ਜਾਵਾਂਗਾ, ਨਸ਼ਿਆਂ ਤੋਂ ਬਚ ਜਾਵਾਂਗਾ। ਇਸ ਕਰਕੇ ਆਰਥਿਕ ਹਾਲਤ ਮੇਰੀ ਬਹੁਤੀ ਖਰਾਬ ਨਹੀਂ ਹੋਵੇਗੀ। ਦੂਜਿਆਂ ਨੂੰ ਇਹ ਕਹਿ ਸਕਾਂਗਾ ਕਿ ਅੰਮ੍ਰਿਤਧਾਰੀ ਹੋਟਲਾਂ 'ਤੇ ਰੋਟੀ ਨਹੀਂ ਖਾਂਦੇ, ਅੰਮ੍ਰਿਤਧਾਰੀ ਆਹ ਕੰਮ ਨਹੀਂ ਕਰਦੇ। ਮੈਂ ਆਪਣੇ ਆਪ ਨੂੰ ਬਚਾਉਣ ਵਾਸਤੇ ਖੰਡੇ ਕੀ ਪਹੁਲ ਲਈ ਸੀ। ਮਗਰੋਂ ਹੋਰ ਸਟੱਡੀ ਕਰਨ 'ਤੇ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਮੇਰਾ ਧਰਮ ਹੈ ਜੋ ਮੈਨੂੰ ਚੰਗਾ ਇਨਸਾਨ ਬਣਾਉਣ ਵਾਸਤੇ ਮੇਰੀ ਸਹਾਇਤਾ ਕਰਦਾ ਹੈ। ਇਸ ਤੋਂ ਮਗਰੋਂ ਹੋਰ ਖੋਜ ਕਰਨ 'ਤੇ ਮੈਨੂੰ ਇਸ ਸੇਵਾ ਬਦਲੇ ਆਮਦਨ ਵੀ ਚੰਗੀ ਹੋਣ ਲੱਗ ਪਈ। ਦੇਸ਼ ਵਿਦੇਸ਼ ਜਾਣ ਦੇ ਰਾਹ ਵੀ ਖੁੱਲ੍ਹ ਗਏ। ਹੁਣ ਤਿੰਨੇ ਪੱਖ ਮੇਰੀ ਜ਼ਿੰਦਗੀ ਲਈ ਜ਼ਰੂਰੀ ਬਣ ਗਏ ਹਨ। ਭਾਵ ਕਿ ਗੁਰਮਤ ਮੇਰੀ ਆਰਥਿਕ ਲੋੜ ਸੀ, ਗੁਰਮਤ ਮੇਰਾ ਧਰਮ ਹੈ, ਗੁਰਮਤ ਮੇਰਾ ਸ਼ੌਂਕ ਬਣ ਗਿਆ। ਜੇ ਧਰਮ ਬਾਰੇ ਲਗਾਤਾਰ ਗਿਆਨ ਪ੍ਰਾਪਤ ਕਰਦੇ ਰਹਾਂਗੇ ਤਾਂ ਹੀ ਇਹਨਾਂ ਰਮਜ਼ਾਂ ਦੀ ਸਾਨੂੰ ਸਮਝ ਆਉਂਦੀ ਹੈ। ਬਹੁ ਗਿਣਤੀ ਬੰਦੇ ਇਸ ਖੇਤਰ ਵਿੱਚ ਮਜਬੂਰੀ ਕਾਰਨ ਹੀ ਆਉਂਦੇ ਹਨ। ਜੇ ਮਜਬੂਰੀ ਵਿੱਚ ਇੱਧਰ ਆ ਹੀ ਗਏ ਤਾਂ ਸਟੱਡੀ ਕਰ ਲਵੋ, ਪਰ ਉਹ ਨਹੀਂ ਕਰਦੇ। ਕਹਿੰਦੇ ਨੇ ਅਮਕਾ ਬੰਦਾ ਤਾਂ ਗਲ ਪਿਆ ਢੋਲ ਵਜਾਉਂਦਾ ਹੈ। ਜੇ ਭਾਈ ਢੋਲ ਗਲ ਪੈ ਹੀ ਗਿਆ ਤਾਂ ਤਰਜਾ ਤਾਂ ਵਧੀਆ ਕੱਢਣੀਆਂ ਚਾਹੀਦੀਆਂ ਨੇ। ਲੋਕਾਂ ਦੇ ਕੰਨ ਤਾਂ ਨਾ ਪਾੜੇ ਜਾਣ। ਹੁਣ ਮਜਬੂਰੀ ਬਸ ਢੋਲ ਤਾਂ ਵਜਾਉਣਾ ਪੈ ਗਿਆ, ਪਰ ਤਰਜ ਸੋਹਣੀ ਬਣਾਓ। ਖੈਰ, ਇਸ ਗੁਰਦੁਆਰੇ ਵਿੱਚ ਇੱਕ ਰਾਤ ਤਾਂ ਮੈਂ ਛੇਤੀ ਸੌਂ ਗਿਆ। ਅਗਲੇ ਦਿਨ ਉੱਥੋਂ ਦੇ ਹੈੱਡ ਗ੍ਰੰਥੀ ਨੇ ਸਾਨੂੰ ਦਿਨੇ ਹੀ ਸਮਝਾ ਦਿੱਤਾ ਕਿ ਗਿਆਨੀ ਜੀ, ਇੱਥੇ ਰਾਤ ਨੂੰ ਮਹਿਫਲ ਜੁੜਦੀ ਹੈ, ਤੁਸੀਂ ਉਸ ਮਹਿਫਲ ਵਿੱਚ ਸ਼ਾਮਲ ਹੋਣਾ ਹੈ, ਛੇਤੀ ਨਹੀਂ ਸੌਣਾ। ਸ਼ਾਮ ਪਈ ਆਪੋ ਆਪਣੀਆਂ ਡਿਊਟੀਆਂ ਨਿਭਾਈਆਂ। ਸਟੇਜ ਦੇ ਪ੍ਰੋਗਰਾਮ ਤੋਂ ਬਾਅਦ ਸਾਰਿਆਂ ਨੇ ਲੰਗਰ ਛਕਿਆ। ਸੰਗਤਾਂ ਆਪੋ ਆਪਣੇ ਘਰਾਂ ਨੂੰ ਚਲੀਆਂ ਗਈਆਂ। ਲਾਂਗਰੀ ਸਿੰਘਾਂ ਨੂੰ ਕਹਿ ਕੇ ਗੁਰਦੁਆਰੇ ਦੇ ਸਾਰੇ ਸੇਵਾਦਾਰਾਂ ਵਾਸਤੇ ਨਵੇਂ ਸਿਰਿਓਂ ਤੜਕਾ ਲਾ ਕੇ ਵਧੀਆ ਦਾਲ ਸਬਜ਼ੀ ਹੋਰ ਸੁਆਦਲੀ ਤਿਆਰ ਕਰਵਾਈ ਗਈ। ਗਲਾਸ ਦੁੱਧ ਤਿਆਰ ਕੀਤਾ ਗਿਆ। ਨਿਸ਼ਚਿਤ ਸਮੇਂ ਤੋਂ ਅਸੀਂ ਸਾਰੇ ਇੱਕ ਕਮਰੇ ਵਿੱਚ ਇਕੱਠੇ ਹੋ ਗਏ, ਗੋਲ ਘੇਰਾ ਬਣਾ ਕੇ ਬੈਠ ਗਏ। ਹੈੱਡ ਗ੍ਰੰਥੀ ਨੇ 5 ਮਿੰਟ ਦੇ ਲੈਕਚਰ ਰਾਹੀਂ ਇਸ ਮਹਿਫਲ ਦਾ ਸਾਨੂੰ ਮਕਸਦ ਦੱਸਿਆ। ਕਹਿਣ ਲੱਗਿਆ, ਵੇਖੋ ਭਰਾਵੋ, ਅਸੀਂ ਵੀ ਆਮ ਇਨਸਾਨ ਹਾਂ, ਸਾਡੇ ਵਿੱਚ ਵੀ ਮਨੁੱਖੀ ਜਜ਼ਬੇ ਹਨ। ਘਰਾਂ ਤੋਂ ਦੂਰ ਬੈਠੇ ਹਾਂ, ਪ੍ਰਬੰਧਕਾਂ ਦੀ ਗੁਲਾਮੀ ਕਰਦੇ ਹਾਂ। ਧਰਮੀ ਹੋਣ ਦਾ ਲੇਬਲ ਸਾਡੇ 'ਤੇ ਲੱਗਿਆ ਹੋਇਆ ਹੈ। ਮਾਮੂਲੀ ਜਿਹਾ ਕੋਈ ਸ਼ੌਂਕ ਪੂਰਾ ਕਰਨ ਲੱਗੀਏ ਝੱਟ ਰੌਲਾ ਪੈ ਜਾਂਦਾ ਹੈ। ਗ੍ਰੰਥੀ ਰੇਹੜੀ 'ਤੇ ਖੜਾ ਪਕੌੜੇ ਖਾ ਰਿਹਾ ਸੀ। ਕਥਾਵਾਚਕ ਬਿਨਾਂ ਵਜ੍ਹਾ ਸੜਕਾਂ 'ਤੇ ਚੱਕਰ ਕੱਟਦਾ ਫਿਰਦਾ ਸੀ। ਕੀਰਤਨੀ ਜਥਾ ਮੱਛੀ ਦੇ ਪਕੌੜੇ ਖਾ ਰਿਹਾ ਸੀ। ਢਾਡੀ ਜਥੇ ਵਾਲਿਆਂ ਨੂੰ ਬੋਲਣ ਦੀ ਤਮੀਜ਼ ਨਹੀਂ, ਗਲਤ ਗੱਲਾਂ ਕਰ ਰਹੇ ਸੀ। ਆਦ ਸਾਨੂੰ ਸੁਣਨ ਨੂੰ ਮਿਲਦਾ ਹੈ। ਸਾਨੂੰ ਧਰਮ ਦੇ ਪਿੰਜਰੇ ਵਿੱਚ ਕੈਦ ਕਰ ਦਿੱਤਾ ਗਿਆ ਹੈ। ਸਾਡੇ 'ਤੇ ਬਹੁਤ ਬੰਦਸ਼ਾਂ ਲਾ ਦਿੱਤੀਆਂ ਗਈਆਂ ਹਨ ਜੋ ਬਰਦਾਸ਼ਤ ਕਰਨੀਆਂ ਸਾਡੇ ਵਾਸਤੇ ਬਹੁਤ ਔਖੀਆਂ ਨੇ। ਬਾਕੀ ਗੱਲਾਂ ਸਮੇਂ-ਸਮੇਂ ਤੁਹਾਨੂੰ ਦੱਸ ਦਿੱਤੀਆਂ ਜਾਣਗੀਆਂ। ਅੱਜ ਦਾ ਏਜੰਡਾ ਸੁਣ ਲਓ। ਅੱਜ ਦੀ ਇਸ ਹਸੀਨ ਮਹਿਫਲ ਵਿੱਚ ਰੂਹ ਨਸ਼ਿਆ ਦੇਣ ਵਾਲੀ ਕੋਈ ਵਾਰਤਾ, ਕੋਈ ਚੱਕਵਾਂ ਜਿਹਾ ਲਤੀਫਾ, ਕੋਈ ਚੌਂਦੀ ਕਵਿਤਾ ਜਾਂ ਬੋਲੀ ਸੁਣਾਉਣੀ ਹੈ।
ਹਰ ਬੰਦੇ ਕੋਲ ਕੋਈ ਨਵੀਂ ਗੱਲ ਹੁੰਦੀ ਹੈ। ਖੋਲ੍ਹ ਦਿਓ ਆਪਣੇ ਦਿਮਾਗ ਦੇ ਦਰਵਾਜ਼ੇ। ਪਹਿਲਾਂ ਇੱਕ ਲਤੀਫਾ ਢਾਡੀਆਂ ਨੇ ਸੁਣਾਇਆ, ਫਿਰ ਇੱਕ ਲਤੀਫਾ ਕੀਰਤਨੀਆਂ ਨੇ ਸੁਣਾਇਆ। ਜਦੋਂ ਮੇਰੀ ਵਾਰੀ ਆਈ, ਮੈਂ ਇੱਕ ਲਤੀਫਾ ਬ੍ਰਾਹਮਣਵਾਦ ਦੇ ਵਿਰੁੱਧ ਸੁਣਾ ਦਿੱਤਾ। ਸਾਡੇ ਲਤੀਫੇ ਹੈੱਡ ਗ੍ਰੰਥੀ ਨੂੰ ਪਸੰਦ ਨਾ ਆਏ। ਉਸਨੇ ਖੁਦ ਸਿਰੇ ਦਾ ਅਸ਼ਲੀਲ ਨੰਗੇਜ ਭਰਪੂਰ ਲਤੀਫਾ ਸੁਣਾਇਆ। ਸਾਰਿਆਂ ਨੂੰ ਉਸਨੇ ਗੁਜ਼ਾਰਿਸ਼ ਕੀਤੀ ਕਿ ਇਸ ਤਰ੍ਹਾਂ ਦੇ ਚੱਕਵੇਂ ਲਤੀਫੇ ਜਾਂ ਗੀਤ ਕਵਿਤਾ ਸੁਣਾਓ ਤਾਂ ਕਿ ਰੂਹ ਨਸ਼ਿਆ ਜਾਵੇ। ਮੈਂ ਉਸ ਨੂੰ ਰੋਕ ਕੇ ਬੋਲਣਾ ਸ਼ੁਰੂ ਕੀਤਾ, ਹੈੱਡ ਗ੍ਰੰਥੀ ਅਤੇ ਬਾਕੀ ਧਰਮੀ ਵੀਰੋ ਸਿੱਖੋ, ਤੁਸੀਂ ਲੋਕਾਂ ਵਾਸਤੇ ਇੱਕ ਮਾਡਲ ਹੋਣੇ ਚਾਹੀਦੇ ਸੀ। ਦੂਜਿਆਂ ਨੂੰ ਤੁਸੀਂ ਸਵਾਸ ਸਿਮਰਨ ਕਰਨ ਦਾ ਉਪਦੇਸ਼ ਕਰਦੇ ਹੋ। ਤੁਸੀਂ ਖੁਦ ਲਾਲਚੀ, ਕਾਮੀ, ਕ੍ਰੋਧੀ, ਡਰਪੋਕ ਆਦਿ ਔਗੁਣਾਂ ਨਾਲ ਭਰੇ ਪਏ ਹੋ। ਲੋਕਾਂ ਵਿੱਚ ਲਿਸ਼ਕਦੇ ਸਫੈਦ ਚੋਲੇ, ਲੰਮੀਆਂ ਖੁੱਲੀਆਂ ਦਾੜੀਆਂ, ਗਾਤਰੇ ਕਿਰਪਾਨਾਂ, ਪੋਚਵੀਆਂ ਦਸਤਾਰਾਂ, ਗੁਰੂ ਬਾਬੇ ਦੇ ਵਜ਼ੀਰ ਰਖਵਾਉਂਦੇ ਹੋ। ਤੁਸੀਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਕਿੱਥੇ ਖਲੋਤੇ ਹੋ। ਅਗਰ ਤੁਸੀਂ ਗੁਰਬਾਣੀ ਪੜ੍ਹਦੇ ਹੋ, ਹਰ ਸਮੇਂ ਗੁਰਦੁਆਰੇ ਦੇ ਵਿੱਚ ਰਹਿੰਦੇ ਹੋ, ਗੁਰੂ ਘਰ ਵਿੱਚੋਂ ਹੀ ਪਰਿਵਾਰਕ ਲੋੜਾਂ ਪੂਰੀਆਂ ਕਰਦੇ ਹੋ, ਤੁਹਾਡੇ ਆ ਘਿਨਾਉਣੇ ਕਿਰਦਾਰ ਲੋਕਾਂ ਨੂੰ ਕੂਕ ਕੇ ਦੱਸਦੇ ਹੋ, ਗੁਰਬਾਣੀ ਪੜ੍ਹਨ ਸੁਣਨ ਵਾਲਿਆਂ ਦਾ ਜੀਵਨ ਅਤੀ ਉੱਤਮ ਤੇ ਪਵਿੱਤਰ ਹੋ ਜਾਂਦਾ ਹੈ। ਤੁਹਾਡਾ ਜੀਵਨ ਤਾਂ ਆਮ ਲੋਕਾਂ ਨਾਲੋਂ ਵੀ ਜ਼ਿਆਦਾ ਨਿੱਘਰਿਆ ਹੋਇਆ ਹੈ। ਤੁਹਾਡੀ ਤਾਂ ਹਾਲਤ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ, ਰੂਪੈ ਕਾਮੈ ਦੋਸਤੀ, ਭੁੱਖੈ ਸਾਧੈ ਗੰਢ, ਲੱਭੈ ਮਾਲੈ ਘੁਲ ਮਿਲ ਮਿਚਲ, ਉੱਗੈ ਸੌੜ ਪਲੰਗ, ਭੌਂਕੈ ਕੋਪ ਖੁਆਰ ਹੋਏ, ਫੱਕੜ ਪਿੱਟੈ ਅੰਧ, ਚੁੱਪੈ ਚੰਗਾ ਨਾਨਕਾ, ਬਿਨ ਨਾਵੈ ਮੂੰਹ ਗੰਧ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹਨੀ ਠੱਗੀ ਜਗ ਠੱਗਿਆ, ਕਿਨਾਂ ਨਾ ਰੱਖੀ ਲੱਜ। ਤੁਹਾਡਾ ਲਗਾਓ ਰੂਪ ਨਾਲ, ਕਾਮ ਵਾਸ਼ਨਾ ਨਾਲ, ਪੇਟ ਪੂਰਤੀ ਲਈ ਖਾਣਿਆਂ ਨਾਲ ਹੈ। ਤੁਹਾਡੀ ਨਿਗਾਹ ਪੈਸਿਆਂ 'ਤੇ ਹੈ, ਮਾਲ ਅਸਬਾਬ 'ਤੇ ਹੈ, ਮੌਜ ਮਸਤੀ 'ਤੇ ਹੈ, ਰੱਜ ਕੇ ਸੌਣ ਜਾਣ 'ਤੇ ਹੈ। ਇਹਨਾਂ ਵਿੱਚ ਹੀ ਤੁਸੀਂ ਲੋਕ ਗਰਕੇ ਹੋਏ ਹੋ। ਅਜਿਹੇ ਬੰਦੇ ਕ੍ਰੋਧ ਵਿੱਚ ਭੌਂਕਦੇ ਹਨ, ਜੀਵਨ ਰਾਹ ਤੋਂ ਭਟਕ ਜਾਂਦੇ ਹਨ, ਝੂਠ ਬੋਲਦੇ ਹਨ, ਰੋਂਦੇ ਹੋਏ ਅਗਿਆਨਤਾ ਵਿੱਚ ਜੀਵਨ ਗਵਾ ਲੈਂਦੇ ਹਨ। ਤੁਹਾਡੇ ਵਰਗੇ ਲੋਕਾਂ ਨੂੰ ਤਾਂ ਆਪਣਾ ਮੂੰਹ ਬੰਦ ਰੱਖਣਾ ਚਾਹੀਦਾ ਹੈ। ਜੇ ਖੋਲ੍ਹੋਗੇ ਤਾਂ ਗੰਦਗੀ ਹੀ ਖਿਲਾਰੋਗੇ। ਰਾਜ ਦਾ ਹੰਕਾਰ, ਬਹੁਤੇ ਮਾਲ ਮੱਤੇ ਦਾ, ਬਹੁਤੇ ਰੂਪ ਦਾ, ਉੱਚੀ ਜਾਤ ਦਾ, ਜਵਾਨੀ ਦਾ ਹੰਕਾਰ ਨਹੀਂ ਕਰੀਦਾ। ਇਹ ਤਾਂ ਮਾਨੋ ਸਾਰੇ ਠੱਗ ਨੇ। ਇਹਨਾਂ ਵਿਕਾਰਾਂ ਨੇ ਸਾਰਾ ਸੰਸਾਰ ਲੁੱਟ ਲਿਆ ਹੈ। ਬਚਾਉਣ ਵਾਲਾ ਕੋਈ ਨਹੀਂ ਹੈ। ਇਹ ਬਾਬਾ ਨਾਨਕ ਜੀ ਦਾ ਫਰਮਾਨ ਹੈ ਗੁਰਬਾਣੀ ਵਿੱਚ। ਵੀਰ ਮੇਰਿਓ, ਸੰਭਲ ਜਾਓ। ਆਪਣੇ ਕਿੱਤੇ ਦੀ, ਆਪਣੇ ਸਰੂਪ ਦੀ, ਆਪਣੇ ਪਹਿਰਾਵੇ ਦੀ ਕੁਝ ਤਾਂ ਲਾਜ ਰੱਖ ਲਿਓ। ਇਉਂ ਅਰਦਾਸ ਕਰਿਆ ਕਰੋ, ਹਮ ਪਾਥਰ ਗੁਰਨਾਭ, ਬਿਖ ਭਵਜਲ ਤਰੀਐ ਰਾਮ, ਗੁਰ ਪਾਰਸ ਹਮ ਲੋ, ਮਿਲ ਕੰਚਨ ਹੋਇਆ ਰਾਮ। ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ, ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ। ਮੇਰੀਆਂ ਕੌੜੀਆਂ ਕਸੈਲੀਆਂ ਸੁਣ ਕੇ ਸਾਰਿਆਂ ਦੀ ਬੋਲਤੀ ਬੰਦ ਹੋ ਗਈ, ਨੀਵੀਆਂ ਪੈ ਗਈਆਂ। ਇਸ ਤੋਂ ਮਗਰੋਂ ਹਰ ਰੋਜ਼ ਰਾਤ ਨੂੰ ਜਦੋਂ ਅਸੀਂ ਇਕੱਠੇ ਹੁੰਦੇ, ਗੁਰਮਤ ਦੀਆਂ ਵਿਚਾਰਾਂ ਹੋਣ ਲੱਗੀਆਂ ਤੇ ਗੰਦਮੰਦ ਬਕਣਾ ਉਸ ਟੀਮ ਦੇ ਵਿੱਚ ਜਿਤਨੀ ਦੇਰ ਮੈਂ ਉੱਥੇ ਰਿਹਾ ਉਨੀ ਦੇਰ ਤਾਂ ਉਹ ਬੰਦ ਹੋ ਗਿਆ। ਮਗਰੋਂ ਮੈਂ ਕਹਿ ਨਹੀਂ ਸਕਦਾ ਕਿ ਉਹਨਾਂ ਨੇ ਕਿੰਨਾ ਕੁ ਸਮਾਂ ਤੱਕ ਇਸ ਆਪਣੀ ਫਰਜ਼ ਨੂੰ ਨਿਭਾਇਆ। ਤੁਸੀਂ ਵੀ ਇਸ ਤਰ੍ਹਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿ ਜਦੋਂ ਵੀ ਕੋਈ ਇੱਦਾਂ ਦੀਆਂ ਭੈੜੀਆਂ ਗੱਲਾਂ ਕਰੇ, ਉਹਨੂੰ ਸਿੱਧੇ ਰਾਹ ਲਿਆਉਣ ਵਾਸਤੇ ਆਪਣਾ ਬਣਦਾ ਸਰਦਾ ਯੋਗਦਾਨ ਜ਼ਰੂਰ ਪਾਇਆ ਕਰੋ। ਆਖੋ ਸਤਨਾਮ।